मॉर्निंग स्टूडेंट्स टुडे वी विल डू नैक्सट टॉपिक मैनेजरियल परसोनल। इस टॉपिक तो पहला जो टॉपिक सी शेयर्स तो बाद वो डिवेंचर वाला सी। डिवेंचर ਦੇ ਵਿੱਚ ਕੀ ਸੀ, ਉਸਦਾ ਮੀਨਿੰਗ ਸੀ, ਟਾਈਪਸ ਵਗੈਰਾ ਸੀ ਤੇ ਡਿਸਕਾਊਂਟ ਤੇ ਪ੍ਰੀਮੀਅਮ ਤੇ ਤੁਸੀਂ ਪਹਿਲਾਂ ਸਾਰਾ ਕਾਰਪੋਰੇਟ ਅਕਾਊਂਟਿੰਗ ਦੇ ਵਿੱਚ ਕਰ ਚੁੱਕੇ ਹੋ, ਤਾਂ ਕਰਕੇ ਕੀ ਕਰਨਾ ਇੱਕ ਵਾਰ ਇਹਨੂੰ ਰੀਡ ਕਰ ਲਿਓ, ਕੋਈ ਡਾਊਟ ਹੈ ਤਾਂ ਪੁੱਛ ਲਿਓ। ਨੈਕਸਟ ਟॉपिक ਕੀ ਹੈ, ਮੈਨੇਜਰੀਅਲ ਪਰਸੋਨਲ। The persons who are entrusted with the control and management of the whole of the company's affairs are managerial personnel, like directors, managing directors, independent director, manager। ਇਹ ਸਾਰੇ ਕਿਸ ਦੇ ਵਿੱਚ ਆ ਜਾਂਦੇ ਨੇ, ਮੈਨੇਜੀਰੀਅਲ ਪਰਸੋਨਲ ਦੇ ਵਿੱਚ ਆ ਜਾਂਦੇ ਨੇ। ਕਿਉਂ? ਕਿਉਂਕਿ ਪਰਸੋਨਲ ਦਾ ਮੀਨਿੰਗ ਹੁੰਦਾ ਲੇਬਰ ਤੇ ਮੈਨੇਜੀਰੀਅਲ ਜਿਹੜੀ ਮੈਨੇਜਮੈਂਟ ਦੇ ਨਾਲ ਰਿਲੇਟਡ ਲੇਬਰ ਹੈ। ਹੁਣ ਦੇਖੋ ਮੈਨੇਜਮੈਂਟ ਦੇ ਵਿੱਚ ਕੌਣ ਆਉਂਦੇ ਨੇ, ਡਾਇਰੈਕਟਰਸ ਹੀ ਆਉਂਦੇ ਨੇ ਮੋਸਟਲੀ। ਦੈਨ ਈਚ ਕੰਪਨੀ ਮਸਟ ਹੈਵ ਡਾਇਰੈਕਟਰਸ ਐਂਡ ਮੇ ਹੈਵ ਮੈਨੇਜਰ ਔਰ ਮੈਨੇਜਿੰਗ ਡਾਇਰੈਕਟਰ। ਆਡੀਟਰਸ ਡਿਊਟੀਜ਼, ਆਡੀਟਰ ਦੀ ਕੀ ਡਿਊਟੀਜ਼ ਨੇ ਮੈਨੇਜੀਰੀਅਲ ਪਰਸੋਨਲ ਦੇ ਰਿਗਾਰਡਿੰਗ। ਹੀ ਮਸਟ ਬੀ ਫੈਮਲੀਅਰ ਵਿਦ ਦ ਪ੍ਰੋਵੀਜ਼ਨਸ ਆਫ ਕੰਪਨੀਜ਼ ਐਕਟ। ਉਹ ਕੀ ਹੋਣਾ ਚਾਹੀਦਾ, ਫੈਮਲੀਅਰ ਹੋਣਾ ਚਾਹੀਦਾ ਅਪੁਆਇੰਟਮੈਂਟ, ਟਰਮਸ, ਡਿਊਟੀਜ਼, ਰੈਮੂਨਰੇਸ਼ਨ ਵਗੈਰਾ ਦੇ ਰਿਲੇਟਡ। then he should see that these provisions are compiled with by the management, ਕਿ ਜਿਹੜੇ ਰੂਲਸ ਰੈਗੂਲੇਸ਼ਨਸ ਬਣਾਏ ਨੇ ਕੰਪਨੀਜ਼ ਐਕਟ ਦੇ ਵਿੱਚ ਉਹ ਕੀ ਨੇ, ਫੁੱਲਫਿਲ ਕੀਤੇ ਜਾ ਰਹੇ ਨੇ ਪਰਸੋਨਲ ਦੇ ਦੁਆਰਾ ਜਾਂ ਫਿਰ ਨਾ। ਦੈਨ ਕੁਛ ਪਾਵਰਸ ਨੇ ਬੋਰਡ ਆਫ ਡਾਇਰੈਕਟਰਸ ਦੇ ਕੋਲੇ। ਦ ਡਾਇਰੈਕਟਰਸ ਕੈਨ ਡੂ ਐਨੀਥਿੰਗ ਐਂਡ ਐਕਸਰਸਾਈਜ਼ ਆਲ ਪਾਵਰਸ ਵਿਚ ਏ ਕੰਪਨੀ ਕੈਨ ਡੂ। ਤਾਂ ਡਾਇਰੈਕਟਰਸ ਕੋਲੇ ਕੀ ਹੁੰਦੀ ਹੈ, ਇੱਕ ਪਾਵਰ ਹੁੰਦੀ ਹੈਗੀ। ਕਿਹੜੀ ਪਾਵਰ? ਜਿਹੜੀ ਇੱਕ ਕੰਪਨੀ ਕੋਲੇ ਹੁੰਦੀ ਹੈ। ਕਿਉਂਕਿ ਜਿਹੜੀ ਕੰਪਨੀ ਹੈ ਨਾ ਉਹ ਕਿਸ ਦੇ ਬਿਹਾਫ 'ਤੇ ਕੰਮ ਕਰਦੀ ਹੈ, ਬੋਰਡ ਆਫ ਡਾਇਰੈਕਟਰਸ ਦੇ ਬਿਹਾਫ 'ਤੇ ਕੰਮ ਕਰਦੀ ਹੈ। ਦੈਨ ਕੀ ਕੁਛ ਰਿਸਪੋਂਸੀਬਿਲਿਟੀਜ਼ ਹੁੰਦੀਆਂ ਨੇ ਬੋਰਡ ਆਫ ਡਾਇਰੈਕਟਰਸ ਦੀਆਂ, ਟੂ ਮੇਕ ਕਾਲਸ, to issue securities, borrow money, invest funds, advance loans and buy back of shares। ਇਹ ਸਾਰੇ ਕੀ ਨੇ, ਇੱਕ ਤਰ੍ਹਾਂ ਦੇ ਫੰਕਸ਼ਨਸ ਨੇ ਜਾਂ ਫਿਰ ਰਿਸਪੋਂਸੀਬਿਲਿਟੀਜ਼ ਹੁੰਦੀਆਂ ਨੇ ਬੋਰਡ ਆਫ ਡਾਇਰੈਕਟਰਸ ਦੇ ਬਿਹਾਫ 'ਤੇ ਆਡੀਟਰ ਦੀਆਂ। ਨੈਕਸਟ ਕੀ ਹੈ, ਕੰਟਰੀਬਿਊਸ਼ਨ ਟੂ ਚੈਰੀਟੇਬਲ ਫੰਡਸ। The board may contribute to such bona fide funds that if it exceeds 5% of average net profit of 3 preceding financial year, it will have to take approval in general meetings of the company। ਵੀ ਜੇ ਦੇਖੋ ਚੈਰੀਟੇਬਲ ਹੋਇਆ ਜਾਂ ਫਿਰ CSR ਹੋਈ। CSR ਕੀ ਹੁੰਦੀ ਹੈ, ਕਾਰਪੋਰੇਟ ਸੋਸ਼ਲ ਰਿਸਪੋਂਸੀਬਿਲਿਟੀ। ਇਹਨਾਂ ਦੇ ਲਈ ਕੰਪਨੀਜ਼ ਕੀ ਕਰਦੀਆਂ ਨੇ, ਇੱਕ ਆਰਟੀਕਲਸ ਦੇ ਵਿੱਚ ਮੈਂਸ਼ਨ ਕਰਦੇ ਨੇ ਕਿ 5% ਆਫ ਐਵਰੇਜ ਨੈਟ ਪ੍ਰੋਫਿਟਸ ਪ੍ਰੋਸੀਡਿੰਗ 3 ਈਅਰਸ, ਮੀਨਸ ਲਾਸਟ 3 ਈਅਰਸ ਦਾ ਐਵਰੇਜ ਪ੍ਰੋਫਿਟਸ ਦਾ 5% ਤੋਂ ਜ਼ਿਆਦਾ ਜਿਹੜੀ ਅਮਾਊਂਟ ਹੈ ਆਪਾਂ ਨਾ ਤਾਂ CSR 'ਤੇ ਲਗਾ ਸਕਦੇ ਹਾਂ, CSR ਦੇ ਵਿੱਚ ਹੀ ਆ ਜਾਂਦੇ ਨੇ ਚੈਰੀਟੇਬਲ ਫੰਡ ਵਗੈਰਾ। ਹੁਣ ਕੁਛ ਕੰਪਨੀਜ਼ ਨੇ ਜਿਹੜੀਆਂ ਉਹ ਹੋਰ ਵੀ ਟਰਮਸ ਐਂਡ ਕੰਡੀਸ਼ਨਸ ਫਿੱਟ ਕਰ ਦਿੰਦੀਆਂ ਨੇ ਕਿ ਉਹ ਕੰਪਨੀ ਜਿਸ ਦੀ ਟਰਨਓਵਰ 1000 ਕਰੋੜ ਤੋਂ ਜ਼ਿਆਦਾ, ਨੈੱਟ ਵਰਥ 500 ਕਰੋੜ ਤੋਂ ਜ਼ਿਆਦਾ ਅਤੇ ਨੈੱਟ ਪ੍ਰੋਫਿਟ 5 ਕਰੋੜ ਰੁਪੀਜ਼ ਤੋਂ ਜ਼ਿਆਦਾ ਹੈ, ਉਹ ਕੀ ਕਰ ਸਕਦੇ ਨੇ, CSR ਮੇਨਟੇਨ ਕਰ ਸਕਦੇ ਨੇ। CSR ਦੇ ਵਿੱਚ ਹੀ ਆ ਜਾਂਦੇ ਨੇ ਚੈਰੀਟੇਬਲ ਫੰਡ ਵਗੈਰਾ। ਬਟ ਕਿੰਨੇ ਤੋਂ ਜ਼ਿਆਦਾ, 5% ਆਫ ਐਵਰੇਜ ਨੈੱਟ ਪ੍ਰੋਫਿਟ ਪ੍ਰੋਸੀਡਿੰਗ 3 ਈਅਰ, ਪਿਛਲੇ 3 ਸਾਲਾਂ ਦੀ ਜਿਹੜੀ ਐਵਰੇਜ ਨੈੱਟ ਪ੍ਰੋਫਿਟ ਹੈ ਉਸਦੇ 5% ਤੋਂ ਜ਼ਿਆਦਾ ਆਪਾਂ ਚੈਰੀਟੇਬਲ ਫੰਡ ਵਗੈਰਾ ਦੇ ਲਈ ਜਾਂ ਫਿਰ CSR ਐਕਟੀਵਿਟੀਜ਼ ਦੇ ਲਈ ਜਿਹੜਾ ਫੰਡ ਹੈ ਆਪਣਾ ਅਮਾਊਂਟ ਆ ਡੋਨੇਟ ਨਹੀਂ ਕਰ ਸਕਦੇ। ਨੈਕਸਟ ਕੰਟਰੀਬਿਊਸ਼ਨ ਟੂ ਪੋਲੀਟੀਕਲ ਪਾਰਟੀਜ਼। ਪੋਲੀਟੀਕਲ ਪਾਰਟੀਜ਼ ਦੇ ਲਈ ਵੀ ਸੇਮ ਹੋਊਗਾ ਵੀ ਆਪਾਂ ਮੋਰ ਦੈਨ ਲਿਮਿਟ ਨਹੀਂ ਯੂਜ਼ ਕਰ ਸਕਦੇ। ਲੋਨ ਟੂ ਡਾਇਰੈਕਟਰਸ, ਕੋਈ ਵੀ ਕੰਪਨੀ ਹੈ ਜਿਹੜੀ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਕੋਈ ਵੀ ਲੋਨ ਨਹੀਂ ਦੇ ਸਕਦੀ ਡਾਇਰੈਕਟਰਸ ਨੂੰ, ਜਾਂ ਫਿਰ ਇੰਟਰਸਟ ਦਾ ਆਪਾਂ ਕਹਿ ਸਕਦੇ ਹਾਂ ਵੀ ਡਾਇਰੈਕਟਰਸ ਦੇ ਇੰਟਰਸਟ ਨੂੰ ਵੀ ਨਹੀਂ ਡਿਸਕਲੋਜ਼ ਕਰ ਸਕਦੇ। ਦੈਨ ਮੈਨੇਜਿੰਗ ਡਾਇਰੈਕਟਰ। ਮੈਨੇਜਿੰਗ ਡਾਇਰੈਕਟਰ ਕੌਣ ਹੁੰਦਾ ਹੈ, he is entrusted with the powers of management of company but not necessarily the whole or substantially the whole management of affair। ਜੇ ਆਪਾਂ ਗੱਲ ਕਰਦੇ ਹਾਂ ਮੈਨੇਜਮੈਂਟ ਡਾਇਰੈਕਟਰ ਦੀ ਜਾਂ ਫਿਰ MD ਮੈਨੇਜਿੰਗ ਡਾਇਰੈਕਟਰ ਦੀ, ਤਾਂ ਕੀ ਨੇ ਉਹਦੇ ਕੋਲ ਕੁਛ ਪਾਵਰਸ ਨੇ, ਬਟ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਸਾਰਿਆਂ ਦੇ ਸਾਰੀਆਂ ਪਾਵਰਸ ਜੋ MD ਕੋਲ ਨੇ। ਕੁਛ ਕੁ ਪਾਵਰਸ ਦੇ ਨਾਲ ਉਹ ਕੀ ਹੁੰਦਾ ਹੈ, ਅਪੁਆਇੰਟ ਕੀਤਾ ਜਾਂਦਾ ਹੈ। ਹੀ ਮੇ ਬੀ ਅਪੁਆਇੰਟਡ ਬਾਈ ਦਾ ਰੈਜ਼ੋਲਿਊਸ਼ਨ, ਰੈਜ਼ੋਲਿਊਸ਼ਨ ਦੇ ਦੁਆਰਾ ਉਸਨੂੰ ਅਪੁਆਇੰਟ ਕੀਤਾ ਜਾਂਦਾ ਹੈ। ਹੀ ਸ਼ੈਲ ਨਾਟ ਬਿਲੋ ਦੀ ਏਜ ਆਫ 21 ਈਅਰਸ ਐਂਡ ਮੋਰ ਦੈਨ 70 ਈਅਰਸ। ਪਰਸਨ ਅਟੇਨਿੰਗ ਏਜ ਆਫ 70 ਈਅਰਸ ਮੇ ਬੀ ਅਪੁਆਇੰਟਡ ਬਾਈ ਪਾਸਿੰਗ ਏ ਸਪੈਸ਼ਲ ਰੈਜ਼ੋਲਿਊਸ਼ਨ ਅੰਡਰ ਸੈਕਸ਼ਨ 196। ਵੀ ਜੇ ਕੋਈ ਪਰਸਨ ਮੋਰ ਦੈਨ 70 ਈਅਰਸ ਤੋਂ ਆਪਾਂ ਨੇ ਅਪੁਆਇੰਟ ਕੀ ਕਰਨਾ ਤਾਂ ਉਹਦੇ ਲਈ ਕੀ ਕਰਨਾ ਪੈਂਦਾ, ਇੱਕ ਸਪੈਸ਼ਲ ਰੈਜ਼ੋਲਿਊਸ਼ਨ ਪਾਸ ਕਰਨਾ ਪੈਂਦਾ। ਬਟ ਆਪਾਂ ਕੀ ਨਹੀਂ ਕਰ ਸਕਦੇ, ਇੱਕ ਮੈਨੇਜਿੰਗ ਡਾਇਰੈਕਟਰ ਨੂੰ ਮੋਰ ਦੈਨ 5 ਪੀਰੀਅਡਸ ਦੇ ਲਈ 5 ਈਅਰ ਦੇ ਲਈ ਨਹੀਂ ਰੱਖ ਸਕਦੇ ਐਜ਼ ਆ MD। ਦੈਨ ਬੋਰਡ ਐਂਡ ਕਾਰਪੋਰੇਟ ਰਿਸਪੋਂਸੀਬਿਲਿਟੀ। ਇਸ ਦੇ ਵਿੱਚ ਕੀ ਹੁੰਦਾ, ਦੇਖੋ ਸੋਸ਼ਲ ਰਿਸਪੋਂਸੀਬਿਲਿਟੀ CSR। CSR ਇੱਕ ਕਮੇਟੀ ਬਣਾਈ ਜਾਂਦੀ ਹੈ ਜਿਸ ਦੇ ਵਿੱਚ ਕੀ ਹੁੰਦੇ ਨੇ 3 ਔਰ ਮੋਰ ਡਾਇਰੈਕਟਰਸ ਹੁੰਦੇ ਨੇ, ਉਹਦੇ ਵਿੱਚੋਂ ਇੱਕ ਕੀ ਹੋਣਾ ਚਾਹੀਦਾ, ਇੰਡੀਪੈਂਡੈਂਟ ਡਾਇਰੈਕਟਰ ਹੋਣਾ ਚਾਹੀਦਾ। ਐਂਡ ਮੈਨੇਜਰ, ਮੈਨੇਜਰ ਵੀ ਕੌਣ ਹੋ ਸਕਦਾ, ਸੇਮ ਵੀ ਬਿਲੋ 21 ਈਅਰ ਨਹੀਂ ਹੋਣਾ ਚਾਹੀਦਾ, ਮੋਰ ਦੈਨ 70 ਈਅਰ ਨਹੀਂ ਹੋਣਾ ਚਾਹੀਦਾ। ਉਸ ਤੋਂ ਬਾਅਦ ਕੀ ਹੋਣਾ ਚਾਹੀਦਾ, ਉਹ ਕਿਸੇ ਫਰਮ ਜਾਂ ਬੋਡੀ ਕਾਰਪੋਰੇਟ ਦਾ ਮਤਲਬ ਕਿਸੇ ਹੋਰ ਕੰਪਨੀ ਦਾ ਐਜ਼ ਆ ਮੈਨੇਜਰ ਨਾ ਕੰਮ ਕਰ ਰਿਹਾ ਹੋਵੇ। ਜੇ 70 ਈਅਰ ਤੋਂ ਜ਼ਿਆਦਾ ਸਪੈਸ਼ਲ ਰੈਜ਼ੋਲਿਊਸ਼ਨ ਪਾਸ ਕਰਨਾ, ਆਪਾਂ ਇੱਕ ਮੈਨੇਜਰ ਨੂੰ
1% ਕੰਪਨੀ ਦੇ ਲਈ ਵੀ ਅਪੋਇੰਟ ਕਰ ਸਕਦੇ ਹਾਂ। ਦੈਨ ਰੈਮੂਨਰੇਸ਼ਨ ਹੈ, ਓਵਰਆਲ ਲਿਮਿਟ ਕਿੰਨੀ ਹੈ ਮੈਨੇਜਰੀਅਲ ਰੈਮੂਨਰੇਸ਼ਨ ਦੀ। ਓਵਰਆਲ ਲਿਮਿਟ ਕਹਿੰਦੇ ਸੈਕਸ਼ਨ 197 ਦੇ ਵਿੱਚ ਇਸ ਨੂੰ ਡਿਫਾਈਨ ਕੀਤਾ ਗਿਆ ਹੈਗਾ ਕਿ ਮੈਨੇਜਰੀਅਲ ਰੈਮੂਨਰੇਸ਼ਨ ਸ਼ੈਲ ਵੀ 11% ਆਫ ਨੈਟ ਪ੍ਰੋਫਿਟਸ ਆਫ ਪਬਲਿਕ ਕੰਪਨੀ। ਦੈਨ ਕੁਛ ਲਿਮਿਟਸ ਇਹਨਾਂ ਨੂੰ ਇੱਕ ਵਾਰ ਰੀਡ ਕਰ ਲਿਓ ਕਿ ਕਿੰਨੇ ਲਿਮਿਟਸ ਆਪਾਂ ਕਿੰਨੇ ਡਾਇਰੈਕਟਰਸ ਨੂੰ ਅਪੋਇੰਟ ਕਰ ਸਕਦੇ ਹਾਂ। ਦੈਨ ਆਡੀਟਰ ਡਿਊਟੀਜ਼, ਦਾ ਆਡੀਟਰ ਸ਼ੁੱਡ ਰੈਫਰ ਟੂ ਰਜਿਸਟਰ ਆਫ ਡਾਇਰੈਕਟਰ ਟੂ ਨੋ ਦੀ ਨੇਮ ਆਫ ਡਾਇਰੈਕਟਰਸ। ਸਭ ਤੋਂ ਪਹਿਲਾਂ ਤਾਂ ਆਡੀਟਰ ਨੇ ਕੀ ਆ ਕੇ ਦੇਖਣਾ, ਡਾਇਰੈਕਟਰਸ ਦੇ ਨੇਮ ਵਗੈਰਾ ਦੇਖਣੇ ਨੇ। ਦੈਨ ਹੀ ਸ਼ੁੱਡ ਥਰੋਲੀ ਚੈੱਕ ਦਾ ਪ੍ਰੋਵੀਜ਼ਨਸ ਆਫ AOA, ਆਰਟੀਕਲ ਆਫ ਐਸੋਸੀਏਸ਼ਨ ਦੇ ਪ੍ਰੋਵੀਜ਼ਨਸ, MOA ਦੇ ਪ੍ਰੋਵੀਜ਼ਨਸ ਨੋਟ ਡਾਊਨ ਕਰਨੇ ਨੇ ਉਸਨੇ। ਦੈਨ ਹੀ ਸ਼ੁੱਡ ਇੰਸ਼ੋਰ ਦੈਟ ਡਾਇਰੈਕਟਰਸ ਰੈਮੂਨਰੇਸ਼ਨ ਇਜ਼ ਪੇਡ ਨਾਟ ਫਰੀ ਆਫ ਇਨਕਮ ਟੈਕਸ, ਵੀ ਜਿਹੜਾ ਵੀ ਉਹਨੂੰ ਡਾਇਰੈਕਟਰਸ ਨੂੰ ਰੈਮੂਨਰੇਸ਼ਨ ਪੇ ਕੀਤਾ ਗਿਆ ਉਹ ਇਨਕਮ ਟੈਕਸ ਦੇ ਵਿੱਚੋਂ ਫਰੀ ਨਹੀਂ ਹੋਣਾ ਚਾਹੀਦਾ। ਉਸਨੇ ਵੈਰੀਫਾਈ ਕਰਨਾ ਹੈ ਕਿ ਕੋਈ ਵੀ ਰੈਮੂਨਰੇਸ਼ਨ ਅਨਪੇਡ ਤਾਂ ਨਹੀਂ, ਟੋਟਲ ਰੈਮੂਨਰੇਸ਼ਨ ਜਿਹੜਾ ਉਹ ਪ੍ਰੋਪਰ ਕੰਪਾਈਲ ਕੀਤਾ ਜਾਂ ਨਹੀਂ ਕੀਤਾ, ਆਊਟ ਆਫ ਨੈਟ ਪ੍ਰੋਫਿਟਸ ਵੀ ਪੇ ਕੀਤਾ ਜਾਂ ਫਿਰ ਨਹੀਂ ਕੀਤਾ। If the remuneration to director is to be paid on the basis of net profits of the company, he should specially see that profits have been calculated according provisions of the act। ਜੇਕਰ ਆਪਾਂ ਮੋਰ ਦਾ ਲਿਮਿਟ ਕਰ ਰਹੇ ਹਾਂ ਤਾਂ ਕਿਸ ਦੇ ਅਕੋਰਡਿੰਗ ਕਰ ਰਹੇ ਹਾਂ, ਪ੍ਰੋਵੀਜ਼ਨਸ ਦੇ ਅਕੋਰਡਿੰਗ ਕਰ ਰਹੇ ਹਾਂ। ਦੈਨ ਨੈਕਸਟ ਕੀ ਆਡੀਟਰਸ ਡਿਊਟੀ ਇਨ ਕਨੈਕਸ਼ਨ ਵਿਦ ਲੋਨ ਟੂ ਡਾਇਰੈਕਟਰਸ। ਜੇ ਦੇਖੋ ਕੰਪਨੀ ਨੇ ਕੀ ਕੀਤੇ ਹੋਏ ਨੇ, ਡਾਇਰੈਕਟਰਸ ਨੂੰ ਲੋਨ ਦਿੱਤੇ ਹੋਏ ਨੇ ਤਾਂ ਆਡੀਟਰ ਨੇ ਆ ਕੇ ਕਿਸ ਚੀਜ਼ ਦੀ ਚੈਕਿੰਗ ਕਰਨੀ ਹੈ। ਹੀ ਹੈਜ਼ ਟੂ ਇੰਸ਼ੋਰ ਦੈਟ ਸੱਚ ਲੋਨਸ ਔਰ ਐਡਵਾਂਸਿਸ ਟੂ ਡਾਇਰੈਕਟਰਸ ਡਾਇਰੈਕਟਲੀ ਔਰ ਇਨਡਾਇਰੈਕਟਲੀ ਹੈਵ ਬੀਨ ਮੇਡ ਅਕੋਰਡਿੰਗ ਟੂ ਲਾਅ। ਸਭ ਤੋਂ ਪਹਿਲਾਂ ਤਾਂ ਉਹ ਲਾਅ ਅਕੋਰਡਿੰਗ ਐਡਵਾਂਸ ਕੀਤੇ ਗਏ ਲੋਨ ਜਾਂ ਫਿਰ ਨਹੀਂ। ਇਫ ਡਾਇਰੈਕਟਰ ਰੀਪੇ ਸੱਚ ਆ ਲੋਨ ਬਿਫੋਰ ਦਾ ਡੇਟ ਆਫ ਬੈਲੈਂਸ ਸ਼ੀਟ, ਜੇਕਰ ਕਿਸੇ ਡਾਇਰੈਕਟਰ ਨੇ ਲੋਨ ਨੂੰ ਜਿਹੜਾ ਰੀਪੇ ਕਰ ਦਿੱਤਾ ਟਾਈਮ ਪੀਰੀਅਡ ਤੋਂ ਪਹਿਲਾਂ ਹੀ, ਦ ਆਡੀਟਰ ਮਸਟ ਇਨਸ਼ੋਰ ਦੈਟ ਦ ਫੈਕਟ ਹੈਜ਼ ਬੀਨ ਮੈਨਸ਼ਨਡ ਬਾਈ ਵੇ ਆਫ ਫੁੱਟ ਨੋਟ ਇਨ ਦਾ ਬੈਲੈਂਸ ਸ਼ੀਟ। ਹੁਣ ਦੇਖੋ ਫੁੱਟ ਨੋਟ ਦਾ ਮੀਨਿੰਗ ਕੀ ਹੈ ਇੱਥੇ, ਇੱਕ ਹੁੰਦਾ ਫੁੱਟ ਨੋਟ, ਇੱਕ ਹੁੰਦਾ ਐਂਡ ਨੋਟ। ਦੇਖੋ ਜਦੋਂ ਆਪਾਂ ਕੋਈ ਰਿਸਰਚ ਪੇਪਰ ਕਰਦੇ ਹਾਂ, ਹੁਣ ਆਡੀਟਰ ਦਾ ਤਾਂ ਇੱਕ ਤਰ੍ਹਾਂ ਦਾ ਰਿਸਰਚ ਕਰਨਾ ਹੀ ਹੈ, ਕਿਉਂ? ਜਦੋਂ ਆਪਾਂ ਹੋਏ ਕੰਮ ਦੀ ਵੈਰੀਫਿਕੇਸ਼ਨ ਕਰਦੇ ਹਾਂ ਆਪਾਂ ਉਸਨੂੰ ਕੀ ਕਹਿ ਸਕਦੇ ਹਾਂ, ਰਿਸਰਚ ਕਹਿ ਸਕਦੇ ਹਾਂ। ਤਾਂ ਰਿਸਰਚ ਦੇ ਵਿੱਚ ਇੱਕ ਫੁੱਟ ਨੋਟਸ ਹੁੰਦੇ ਨੇ, ਇੱਕ ਐਂਡ ਨੋਟਸ ਹੁੰਦੇ ਨੇ। ਦੇਖੋ ਜਦੋਂ ਤੁਸੀਂ ਕੀ ਕਰਦੇ ਹੋ, ਫਾਈਨਲ ਵਰਕ ਕਰਕੇ ਪੇਜ ਨੰਬਰਿੰਗ ਵਗੈਰਾ ਲਾਸਟ 'ਤੇ ਕਰਦੇ ਹੋ, ਬੁੱਕ ਦੇ ਉੱਤੇ ਲਗਾ ਲਓ ਜਾਂ ਫਿਰ ਤੁਹਾਡੇ ਰਿਸਰਚ ਪੇਪਰ ਦੇ ਉੱਤੇ ਲਗਾ ਲਓ, ਉਹ ਤਾਂ ਹੁੰਦਾ ਐਂਡ ਨੋਟ। ਬਟ ਜਦੋਂ ਤੁਸੀਂ ਇਕੱਲੀ ਚੀਜ਼ ਨੂੰ ਜਿਹੜਾ ਪੇਜ ਨੰਬਰਿੰਗ ਕਰਕੇ ਇਕੱਲੀ ਚੀਜ਼ ਨੂੰ ਵਿਦ ਰਿਟਨ ਪ੍ਰੂਫ ਤੁਸੀਂ ਇੱਕ ਪੇਜ 'ਤੇ ਮੈਨਸ਼ਨ ਕਰ ਰਹੇ ਹੋ, ਉਹ ਕੀ ਹੁੰਦਾ, ਐਂਡ ਫੁੱਟ ਨੋਟ ਹੁੰਦਾ। ਠੀਕ ਹੈ, ਐਂਡ ਨੋਟ ਹੁੰਦਾ ਬੁੱਕ ਦੇ ਐਂਡ 'ਤੇ ਜਾਂ ਫਿਰ ਤੁਹਾਡੇ ਰਿਸਰਚ ਪੇਪਰ ਦੇ ਐਂਡ 'ਤੇ, ਅਤੇ ਜੋ ਫੁੱਟ ਨੋਟ ਹੁੰਦਾ ਵੀ ਬਿਲਕੁਲ ਸੀਕੁਐਂਸ ਦੇ ਵਿੱਚ ਹਰ ਇੱਕ ਪੇਜ ਨੰਬਰਿੰਗ ਆਪਾਂ ਨੇ ਪ੍ਰੋਪਰ ਕਰਨੀ ਹੈ। ਤਾਂ ਜੇ ਦੇਖੋ ਕਿਸੇ ਨੇ ਰੀਪੇ ਕਰ ਦਿੱਤਾ ਤਾਂ ਆਡੀਟਰ ਦੀ ਰਿਸਪੋਂਸੀਬਿਲਿਟੀ ਹੈ ਵੀ ਉਹਨੂੰ ਐਜ਼ ਆ ਫੁੱਟ ਨੋਟ ਕੰਸੀਡਰ ਕਰੇ, ਐਂਡ ਨੋਟ ਨਾ ਕੰਸੀਡਰ ਕਰੇ। Then it is also the duty of auditor to see that rate of interest charged from director is not less than what is usually charged। ਇਹ ਵੀ ਨਾ ਹੋਵੇ ਵੀ ਜਿਹੜਾ ਲੋਨ ਡਾਇਰੈਕਟਰਸ ਨੂੰ ਜਿਹੜਾ ਉਸਦੇ ਉੱਪਰ ਬਹੁਤ ਘੱਟ ਰੇਟ ਆਫ ਇੰਟਰਸਟ ਚਾਰਜ ਕਰ ਰਹੇ ਹੋ, ਕਿੰਨਾ ਹੋਣਾ ਚਾਹੀਦਾ, ਜਿੰਨਾ ਨੋਰਮਲ ਹੈ ਉਨਾ ਹੀ ਆਪਾਂ ਨੇ ਡਾਇਰੈਕਟਰਸ ਤੋਂ ਚਾਰਜ ਕਰਨਾ ਹੈ। ਦੈਨ ਅਪੋਇੰਟਮੈਂਟ ਦੇ ਰਿਗਾਰਡਿੰਗ ਕੀ ਕੁਛ ਪ੍ਰੋਵੀਜ਼ਨਸ ਨੇ, ਆਰਟੀਕਲਸ ਆਫ ਐਸੋਸੀਏਸ਼ਨਸ ਦੇ ਵਿੱਚ ਦੇਖਣਾ ਉਸਨੇ ਪ੍ਰੋਪਰ ਨੈਟ ਪ੍ਰੋਫਿਟਸ ਕੰਪਨੀਜ਼ ਅਕੋਰਡਿੰਗ ਹੈ ਜਾਂ ਫਿਰ ਨਹੀਂ, ਪ੍ਰੋਪਰ ਵਾਊਚਿੰਗ ਕਰਨੀ ਹੈ। ਰੈਮੂਨਰੇਸ਼ਨ ਜੇਕਰ ਇਨਕਰੀਜ਼ ਕਰਨ ਦੀ ਜ਼ਰੂਰਤ ਹੈ ਤਾਂ ਉਸਨੇ ਦੇਖਣਾ ਹੈ ਕਿ ਸੈਂਟਰਲ ਗਵਰਨਮੈਂਟ ਦੀ ਪਰਮਿਸ਼ਨ ਲੈਣੀ ਹੈ ਜਾਂ ਫਿਰ ਨਹੀਂ ਲੈਣੀ। ਤਾਂ ਇਹ ਸਾਰੀਆਂ ਕਿੰਨੀਆਂ ਰਿਸਪੋਂਸੀਬਿਲਿਟੀਜ਼ ਨੇ। ਨੈਕਸਟ ਟੌਪਿਕ ਕੀ ਹੈ, ਆਡਿਟ ਆਫ ਹੋਲਡਿੰਗ ਕੰਪਨੀ। ਹੋਲਡਿੰਗ ਕੰਪਨੀ ਸਬਸਿਡਰੀ ਕੰਪਨੀ ਤੁਹਾਨੂੰ ਪਤਾ ਹੈ ਕਿ ਕੀ ਹੁੰਦੀਆਂ ਨੇ। ਜੇ ਕੋਈ ਕੰਪਨੀ ਦੂਜੀ ਕੰਪਨੀ ਦਾ 50% ਤੋਂ ਜ਼ਿਆਦਾ ਸ਼ੇਅਰ ਅਕਵਾਇਰ ਕਰ ਲੈਂਦੇ ਤਾਂ ਉਹ ਕੀ ਬਣ ਜਾਂਦੀ ਹੈ, ਹੋਲਡਿੰਗ ਕੰਪਨੀ ਬਣ ਜਾਂਦੀ ਹੈ। ਦੈਨ ਬੈਲੈਂਸ ਸ਼ੀਟ ਕੀ ਹੈ, ਬੈਲੈਂਸ ਸ਼ੀਟ ਦੇ ਵਿੱਚ ਸਿਕਿਓਰਡ ਅਨਸਿਕਿਓਰਡ ਲੋਨਸ ਜਿਹੜੇ ਉਹ ਸਬਸਿਡਰੀ ਕੰਪਨੀ ਦੇ ਕਿੱਥੇ ਸ਼ੋ ਹੋਣਗੇ, ਹੋਲਡਿੰਗ ਕੰਪਨੀ ਦੇ ਵਿੱਚ। ਕਰੰਟ ਲਾਇਬਿਲਿਟੀਜ਼ ਜਿਹੜੀਆਂ ਉਹ ਵੀ ਕਿਸ ਦੀ ਬੈਲੈਂਸ ਸ਼ੀਟ ਦੀ ਸ਼ੋ ਹੋਣਗੀਆਂ, ਹੋਲਡਿੰਗ ਕੰਪਨੀ ਦੀ ਬੈਲੈਂਸ ਸ਼ੀਟ ਦੇ ਵਿੱਚ। ਦੈਨ ਆਡੀਟਰਸ ਡਿਊਟੀਜ਼, ਆਡੀਟਰ ਦੀਆਂ ਕੀ ਡਿਊਟੀਜ਼ ਨੇ, ਦੋਨਾਂ ਦੀਆਂ ਬੈਲੈਂਸ ਸ਼ੀਟਸ ਦੀਆਂ ਕਾਪੀਜ਼ ਰੱਖਣੀਆਂ, ਪ੍ਰੋਫਿਟ ਲੋਸ ਦੀਆਂ ਕਾਪੀਜ਼ ਰੱਖਣੀਆਂ, ਡਾਇਰੈਕਟਰਸ ਤੇ ਆਡੀਟਰ ਦੀਆਂ ਰਿਪੋਰਟਸ ਦੀਆਂ ਕਾਪੀਜ਼ ਮੇਨਟੇਨ ਕਰਨੀਆਂ। ਪੀਰੀਅਡ ਆਫ ਅਕਾਊਂਟਸ ਕੀ ਹੋਏਗਾ, ਸੇਮ 1 ਜਨਵਰੀ ਤੋਂ ਲੈ ਕੇ ਜੇ 31 ਦਸੰਬਰ ਤੱਕ ਜਾਂ ਫਿਰ 1 ਅਪ੍ਰੈਲ ਟੂ 31 ਮਾਰਚ। Then next is penalty. If a director of a company or any other company fails to comply with the provisions of section, he shall be punishable with imprisonment for a term which may extend to 1 year। 1 year ਤੱਕ ਉਸਨੂੰ ਕੀ ਹੋ ਸਕਦਾ, ਇੰਪ੍ਰਿਜ਼ਨਮੈਂਟ ਹੋ ਸਕਦੀ ਹੈ, ਅਤੇ 50,000 ਰੁਪੀਜ਼ ਤੋਂ ਲੈ ਕੇ 5 ਲੱਖ ਰੁਪੀਜ਼ ਤੱਕ ਕੀ ਲੱਗ ਸਕਦਾ ਹੈ, ਫਾਈਨ ਲੱਗ ਸਕਦਾ ਹੈ। ਦੈਨ ਪ੍ਰੋਪਰ ਰਿਪੋਰਟ ਆਫ ਡਾਇਰੈਕਟਰਸ, ਰਿਪੋਰਟ ਆਫ ਡਾਇਰੈਕਟਰਸ ਦੇ ਵਿੱਚ ਕੀ ਕੁਛ ਆ ਜਾਂਦਾ ਹੈ, ਸਟੇਟ ਜਿੱਥੇ ਕੰਪਨੀ ਦੇ ਅਫੇਅਰਸ ਨੇਗੇ। ਦੈਨ ਅਮਾਊਂਟਸ ਵਗੈਰਾ ਰਿਕਮੈਂਡਡ ਕਿੰਨੀ ਕੀਤੀ ਗਈ ਹੈ, ਮਟੀਰੀਅਲ ਚੇਂਜਸ ਵਗੈਰਾ ਸਾਰਾ ਕੁਛ ਕਿਸ ਦੇ ਵਿੱਚ ਆਏਗਾ, ਡਾਇਰੈਕਟਰਸ ਦੀ ਰਿਪੋਰਟ ਦੇ ਵਿੱਚ ਆ ਜਾਏਗਾ। ਅਤੇ ਇਸ ਰਿਪੋਰਟ ਨੂੰ ਜਾਂ ਫਿਰ ਇਹਨਾਂ ਅਕਾਊਂਟਸ ਨੂੰ ਕੀ ਕਰਨਾ, ਸਰਕੂਲੇਟ ਕਰਨਾ ਫਰਦਰ ਰਿਲੇਟਡ ਪਾਰਟੀਜ਼ ਨੂੰ। ਦੈਨ ਫਾਈਲਿੰਗ ਆਫ ਅਕਾਊਂਟਸ ਵਿਦ ਰਜਿਸਟਰਾਰ, ਰਜਿਸਟਰਾਰ ਦੇ ਨਾਲ ਆਪਾਂ ਫਾਈਲਿੰਗ ਕਿਵੇਂ ਕਰ ਸਕਦੇ ਹਾਂ, ਆਪਾਂ 3 ਕਾਪੀਜ਼ ਮੇਨਟੇਨ ਕਰਦੇ ਹਾਂ ਬੈਲੈਂਸ ਸ਼ੀਟ ਦੀ, ਰਿਪੋਰਟ ਅਤੇ ਡਾਕੂਮੈਂਟਸ ਦੇ ਨਾਲ, ਜੋ ਆਪਾਂ ਕਿੱਥੇ ਜਾ ਕੇ ਮੈਨਸ਼ਨ ਕਰਦੇ ਹਾਂ, ROC ਦੇ ਕੋਲ। ROC ਕੀ ਹੁੰਦਾ, ਰਜਿਸਟਰਾਰ ਆਫ ਕੰਪਨੀਜ਼। ਕਿੰਨੇ ਟਾਈਮ ਪੀਰੀਅਡ ਦੇ ਵਿੱਚ, ਵਿਦਿਨ 30 ਡੇਜ਼।
ਦੈਨ ਨੈਕਸਟ ਸ਼ਡਿਊਲ ਹੈ, ਇਸ ਦੇ ਵਿੱਚ ਕੀ ਨੇ ਤੁਹਾਡੇ ਸਿਰਫ ਆਈਟਮਸ ਨੇ ਬੈਲੈਂਸ ਸ਼ੀਟ ਦੇ, ਇਹਨੂੰ ਇੱਕ ਵਾਰ ਰੀਡ ਕਰ ਲਿਓ। ਨੈਕਸਟ ਕਲਾਸ ਦੇ ਵਿੱਚ ਆਪਾਂ ਕੀ ਕਰਾਂਗੇ, ਨੈਕਸਟ ਚੈਪਟਰ ਕਰਾਂਗੇ। ਥੈਂਕ ਯੂ।